ਮੈਂ ਅੱਖਾਂ ਵਿੱਚ ਹੈਰਾਨੀ ਨਾਲ ਭੈਣ ਦੀ ਗੱਲ ਸੁਣ ਰਹੀ ਸੀ, ਜੋ ਹੁਣ ਮੇਰੇ ਸਾਹਮਣੇ ਉਹ ਸੱਚ ਉਜਾਗਰ ਕਰ ਰਹੀ ਸੀ, ਜਿਸ ਨੇ ਉਸ ਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਸੀ। ਮੇਰੇ ਬਚਪਨ ਵਿੱਚ ਮੇਰੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਮੈਂ ਆਪਣਾ ਬਚਪਨ ਆਪਣੀ ਵੱਡੀ ਭੈਣ ਦੇ ਘਰ ਬਿਤਾਇਆ। ਮੇਰੀ ਭੈਣ ਅਤੇ ਜੀਜਾ ਦੋਵੇਂ ਕਾਲੇ ਰੰਗ ਦੇ ਸਨ ਅਤੇ ਇਸ ਤਰ੍ਹਾਂ ਉਹਨਾਂ ਦੇ ਸਾਰੇ ਬੱਚੇ ਵੀ ਕਾਲੇ ਰੰਗ ਦੇ ਸਨ। ਪਰ ਫਿਰ ਉਹਨਾਂ ਦੇ ਇੱਕ ਧੀ ਹੋਈ ਜੋ ਆਪਣੀ ਭੈਣ ਅਤੇ ਭਰਾਵਾਂ ਨਾਲੋਂ ਵੱਖਰੀ ਸੀ। ਉਹ ਚਿੱਟੀ ਕਪਾਹ ਦੇ ਫੁੱਲ ਵਰਗੀ ਲੱਗ ਰਹੀ ਸੀ, ਜੋ ਸਾਰੇ ਪਰਿਵਾਰ ਨਾਲੋਂ ਵੱਖਰੀ ਸੀ। ਸਾਰੇ ਪਿੰਡ ਵਾਲਿਆਂ ਨੇ ਵੀ ਮਜ਼ਾਕ ਉਡਾਇਆ ਸੀ ਕਿ ਸ਼ਾਇਦ ਮੇਰੀ ਭੈਣ ਅਤੇ ਜੀਜਾ ਜੀ ਪਿੰਡ ਦੇ ਵੱਡੇ ਮਹਿਲ ਵਿੱਚ ਕਿਸਾਨ ਦਾ ਕੰਮ ਕਰਦੇ ਸਨ। ਸ਼ਾਇਦ ਉੱਥੋਂ ਕਿਸੇ ਦੀ ਧੀ ਨੂੰ ਚੁੱਕ ਲਿਆਏ ਹੋਣ। ਮੇਰੀ ਭੈਣ ਅਤੇ ਜੀਜਾ ਜੀ ਨੇ ਸਾਰੀ ਉਮਰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਅਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਇਹ ਸਾਡੀ ਇਕਲੌਤੀ ਧੀ ਹੈ। ਪਰ ਉਹ ਇਸ ਲੜਕੀ ਨੂੰ ਆਪਣੇ ਬਾਕੀ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਸਨ। ਉਸ ਦੇ ਕੱਪੜੇ ਵੀ ਦੂਜੇ ਬੱਚਿਆਂ ਨਾਲੋਂ ਚੰਗੇ ਹੁੰਦੇ ਸਨ। ਮੇਰੀ ਭੈਣ ਉਸ ਤੋਂ ਉਸ ਤਰ੍ਹਾਂ ਦਾ ਕੰਮ ਨਹੀਂ ਕਰਵਾਉਂਦੀ ਸੀ ਜਿਸ ਤਰ੍ਹਾਂ ਦਾ ਅਸੀਂ ਸਾਰੇ ਕਰਦੇ ਸੀ। ਮੈਂ ਅਕਸਰ ਸੋਚਦੀ ਸੀ ਕਿ ਇਸ ਕੁੜੀ ਵਿੱਚ ਅਜਿਹਾ ਕੀ ਹੈ ਜੋ ਮੇਰੀ ਭੈਣ ਇਸ ਦਾ ਇੰਨਾ ਧਿਆਨ ਰੱਖਦੀ ਹੈ। ਜੇ ਉਹ ਬੱਚੀ ਚਿੱਕੜ ਵਿੱਚ ਖੇਡਦੀ ਵੀ ਸੀ ਤਾਂ ਮੇਰੀ ਭੈਣ ਝੱਟ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਲੈਂਦੀ ਅਤੇ ਸਾਰਾ ਦਿਨ ਉਸ ਨੂੰ ਹੇਠਾਂ ਨਹੀਂ ਉਤਾਰਦੀ ਸੀ। ਮੇਰੀ ਭੈਣ ਅਕਸਰ ਆਪਣੀ ਧੀ ਨੂੰ ਹਵੇਲੀ ਵੀ ਲੈ ਜਾਂਦੀ ਸੀ, ਜਦੋਂ ਕਿ ਹੋਰ ਬੱਚਿਆਂ ਨੂੰ ਉੱਥੇ ਜਾਣ ਦੀ ਇਜਾਜ਼ਤ ਵੀ ਨਹੀਂ ਸੀ। ਹੌਲੀ ਹੌਲੀ ਉਹ ਕੁੜੀ ਵੀ ਵੱਡੀ ਹੋ ਗਈ ਤੇ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਚਲੀ ਗਈ। ਇੱਕ ਵਾਰ ਮੈਂ ਬਹੁਤ ਅਜੀਬ ਚੀਜ਼ ਦੇਖੀ ਕਿ ਮੇਰੀ ਭੈਣ ਬਿਨਾਂ ਕਿਸੇ ਕਾਰਨ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਉਸਦਾ ਕੋਈ ਆਪਣਾ ਮਰ ਗਿਆ ਹੋਵੇ। ਮੈਂ 1000 ਵਾਰ ਪੁੱਛਿਆ ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਸਦੇ ਰੋਣ ਨੇ ਮੇਰੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ। ਇਸ ਦੌਰਾਨ ਮੈਂ ਇੱਕ ਹੋਰ ਗੱਲ ਨੋਟ ਕੀਤੀ ਕਿ ਹੁਣ ਮੇਰੀ ਭੈਣ ਆਪਣੀ ਧੀ ਤੋਂ ਕੁਝ ਨਾਰਾਜ਼ ਰਹਿਣ ਲੱਗ ਪਈ ਸੀ। ਕੁਝ ਦਿਨ ਹੋਰ ਲੰਘੇ ਤੇ ਇੱਕ ਦਿਨ ਪਿੰਡ ਵਿੱਚ ਹੰਗਾਮਾ ਹੋ ਗਿਆ। ਮੈਨੂੰ ਪਤਾ ਲੱਗਾ ਕਿ ਮੇਰੀ ਭੈਣ ਦੀ ਧੀ ਘਰੋਂ ਭੱਜ ਗਈ ਹੈ। ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਅੱਜ ਤੱਕ ਇਸ ਬੱਚੀ ਨੂੰ ਮਾਣ ਨਾਲ ਪਾਲਿਆ ਸੀ। ਉਹ ਅੱਜ ਵੀ ਮੂੰਹ ਕਾਲਾ ਕਰਕੇ ਭੱਜ ਗਈ। ਜਿਵੇਂ ਹੀ ਇਹ ਖਬਰ ਮੇਰੇ ਕੰਨਾਂ ਤੱਕ ਪਹੁੰਚੀ, ਮੈਂ ਭੱਜ ਕੇ ਆਪਣੀ ਭੈਣ ਦੇ ਘਰ ਗਈ, ਜਿੱਥੇ ਮੇਰੀ ਭੈਣ ਗੀਤਾ ਨੂੰ ਯਾਦ ਕਰਕੇ ਲਗਾਤਾਰ ਰੋ ਰਹੀ ਸੀ। ਉਸ ਲੜਕੀ ਦਾ ਨਾਮ ਗੀਤਾ ਸੀ। ਜੀਜਾ ਜੀ ਸ਼ਰਮ ਨਾਲ ਸਿਰ ਝੁਕਾ ਕੇ ਖੜਾ ਸੀ। ਪਰ ਮੈਂ ਇੱਕ ਗੱਲ ਨੋਟ ਕੀਤੀ, ਮੇਰੀ ਭੈਣ ਅਤੇ ਜੀਜਾ ਜੀ ਦੋਵਾਂ ਦੇ ਚਿਹਰੇ ਫਿੱਕੇ ਪੈ ਗਏ ਸਨ, ਜਿਵੇਂ ਕਿ ਕੋਈ ਅਜੀਬ ਜਿਹੀ ਗੱਲ ਹੋਵੇ ਅਤੇ ਉਹ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਦੋਵੇਂ ਅੱਖਾਂ ਹੀ ਅੱਖਾਂ ਨਾਲ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ ਅਤੇ ਇਸ ਹਰਕਤ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਉਸੇ ਰਾਤ ਪੁੱਛਣ ਦੇ ਇਰਾਦੇ ਨਾਲ ਸਾਰਾ ਦਿਨ ਲੋਕਾਂ ਨੂੰ ਆਉਂਦੇ ਜਾਂਦੇ ਦੇਖਦੀ ਰਹੀ ਅਤੇ ਫਿਰ ਜਿਵੇਂ ਹੀ ਸ਼ਾਮ ਢਲਣ ਲੱਗੀ ਅਤੇ ਜਿਵੇਂ ਹੀ ਮੈਂ ਉਹਨਾਂ ਨੂੰ ਪੁੱਛਣ ਲੱਗੀ ਤਾਂ ਮੇਰਾ ਪਤੀ ਮੈਨੂੰ ਲੈਣ ਆ ਗਿਆ। ਮੇਰੀ ਸੱਸ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਫਿਰ ਮੈਂ ਇਹ ਕਹਿ ਕੇ ਉੱਥੋਂ ਚਲੀ ਆਈ ਕਿ ਮੈਂ 1-2 ਦਿਨਾਂ ਵਿੱਚ ਵਾਪਸ ਆਵਾਂਗੀ ਅਤੇ ਫਿਰ ਇਸ ਬਾਰੇ ਗੱਲ ਕਰਾਂਗੇ। ਪਰ ਕਿਸਮਤ ਅਨੁਸਾਰ ਅਜਿਹਾ ਹੋਇਆ ਕਿ ਅਗਲੇ ਦਿਨ ਮੇਰੀ ਸੱਸ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਅਤੇ ਹੋਰ ਰਸਮਾਂ ਨੂੰ 10-12 ਦਿਨ ਲੱਗ ਗਏ। ਮੇਰੀ ਮਾਂ ਵਰਗੀ ਸੱਸ ਦਾ ਵਿਛੋੜਾ ਦੁਖਦਾਈ ਸੀ, ਇਸ ਲਈ ਉਸ ਦੇ ਜਾਣ ਤੋਂ ਬਾਅਦ ਮੇਰੇ ਮੋਢਿਆਂ ਤੇ ਅਜਿਹੀਆਂ ਜ਼ਿੰਮੇਵਾਰੀਆਂ ਆ ਗਈਆਂ ਕਿ ਮੈਂ ਆਪਣੀ ਭੈਣ ਬਾਰੇ ਸਭ ਕੁਝ ਭੁੱਲ ਗਈ ਸੀ ਅਤੇ ਮੈਂ ਉਸ ਤੋਂ ਕੁਝ ਨਹੀਂ ਪੁੱਛ ਸਕਦੀ ਸੀ। ਮੇਰੀ ਭੈਣ ਇੰਨੀ ਦਿਨੀ ਕਿਸੇ ਮੁਸੀਬਤ ਵਿੱਚ ਸੀ ਅਤੇ ਮੇਰਾ ਜੀਜਾ ਵੀ ਹੁਣ ਬਹੁਤ ਸ਼ਾਂਤ ਰਹਿਣ ਲੱਗ ਗਿਆ ਸੀ ਅਤੇ ਉਹ ਦੋਵੇਂ ਹੁਣ ਰਾਤ ਨੂੰ ਹੀ ਬਾਹਰ ਨਿਕਲਦੇ ਸੀ। ਮੇਰੇ ਮਨ ਵਿੱਚ ਇੱਕ ਵਾਰ ਫਿਰ ਸ਼ੱਕ ਪੈਦਾ ਹੋ ਗਿਆ ਸੀ। ਮੈਨੂੰ ਲੱਗਾ ਕਿ ਸ਼ਾਇਦ ਮੇਰੀ ਭੈਣ ਕੁਝ ਗਲਤ ਕਰ ਰਹੀ ਹੈ ਜਾਂ ਹੋ ਸਕਦਾ ਹੈ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ। ਜਿਵੇਂ ਜਿਵੇਂ 3 ਦਿਨ ਬੀਤ ਗਏ, ਮੇਰਾ ਸ਼ੱਕ ਵੱਧਦਾ ਹੀ ਗਿਆ ਅਤੇ ਫਿਰ ਇੱਕ ਦਿਨ ਗੀਤਾ ਵਾਪਸ ਆ ਗਈ। ਪਰ ਉਹ ਇਕੱਲੀ ਨਹੀਂ ਸੀ, ਉਸ ਦੇ ਨਾਲ ਜੋ ਮੁੰਡਾ ਸੀ। ਅਸੀਂ ਸਾਰੇ ਉਸ ਨੂੰ ਦੇਖ ਕੇ ਦੰਗ ਰਹਿ ਗਏ। ਇਹ ਸਾਡੇ ਪਿੰਡ ਦੇ ਵੱਡੇ ਮਹਿਲ ਦੇ ਛੋਟੇ ਮਾਲਕ ਸਨ, ਜਿਸ ਤੇ ਪਿੰਡ ਦੀਆਂ ਸਾਰੀਆਂ ਕੁੜੀਆਂ ਮਰਦੀਆਂ ਸੀ। ਉਸ ਨੂੰ ਦੇਖ ਕੇ ਇਸ ਪਿੰਡ ਦੀਆਂ ਕੁੜੀਆਂ ਰੁੱਕ ਜਾਂਦੀਆਂ ਸਨ ਅਤੇ ਬਹੁਤ ਸੋਹਣਾ ਸੀ, ਲੰਮਾ ਅਤੇ ਗੋਰਾ ਚਿੱਟਾ ਰੰਗ। ਉਹ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਣ ਸੀ। ਪਰ ਇੱਕ ਗੱਲ ਜੋ ਸਾਡੇ ਸਾਰਿਆਂ ਲਈ ਹੈਰਾਨੀ ਵਾਲੀ ਸੀ ਕਿ ਛੋਟੇ ਮਾਲਕ ਨੇ ਭੱਜ ਕੇ ਇਸ ਤਰ੍ਹਾਂ ਵਿਆਹ ਕਿਉਂ ਕੀਤਾ। ਉਹ ਇੰਨੇ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਸਨ ਕਿ ਜੇ ਕਿਸੇ ਨੂੰ ਇੱਕ ਵਾਰ ਵੀ ਪੁੱਛ ਲੈਂਦੇ ਤਾਂ ਉਹ ਤੁਰੰਤ ਆਪਣੀ ਧੀ ਨੂੰ ਦੇ ਦਿੰਦੇ। ਗੀਤਾ ਨੂੰ ਛੋਟੇ ਮਾਲਕ ਨਾਲ ਦੇਖ ਕੇ ਦੀਦੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ
ਇਹ ਗੀਤਾ, ਤੂੰ ਕੀ ਕੀਤਾ? ਕੀ ਤੁਹਾਨੂੰ ਸਾਰੀ ਦੁਨੀਆ ਵਿੱਚ ਇਹ ਹੀ ਮਿਲਿਆ ਸੀ? ਦੀਦੀ ਜੋ ਗੀਤਾ ਨੂੰ ਪਹਿਲਾਂ ਦੇਖ ਕੇ ਥੋੜੀ ਖੁਸ਼ ਹੋਈ। ਛੋਟੇ ਮਾਲਕ ਨੂੰ ਦੇਖ ਕੇ ਉਹ ਹੁਣ ਆਪਣੀ ਹਾਲਤ ਤੇ ਕਾਬੂ ਨਹੀਂ ਪਾ ਰਹੀ ਸੀ ਅਤੇ ਉਹ ਉਵੇਂ ਹੀ ਦੀਦੀ ਰੋਂਦੀ ਹੋਈ ਜ਼ਮੀਨ ਤੇ ਡਿੱਗ ਗਈ। ਜਦੋਂ ਉਹ ਡਿੱਗੀ ਤਾਂ ਉਸੇ ਟਾਈਮ ਗੀਤਾ ਆ ਕੇ ਦੀਦੀ ਨੂੰ ਸੰਭਾਲਣ ਲੱਗੀ, ਪਰ ਜੀਜਾ ਜੀ ਨੇ ਉਸ ਨੂੰ ਮਨਾ ਕਰ ਦਿੱਤਾ ਅਤੇ ਉਸ ਨੂੰ ਇੱਥੋਂ ਚਲੇ ਜਾਣ ਲਈ ਕਿਹਾ। ਪੂਰੇ ਪਿੰਡ ਨੇ ਆ ਕੇ ਇਹ ਨਜ਼ਾਰਾ ਇਹ ਦੇਖੋ ਗੀਤਾ ਅਤੇ ਉਸ ਦੀ ਮਾਂ ਦੀ ਹਿੰਮਤ, ਜਿਸ ਨੇ ਸਾਰੀ ਉਮਰ ਉਸ ਮਹਿਲ ਦਾ ਨਮਕ ਖਾਧਾ। ਹੁਣ ਉਹੀ ਉਸ ਦੀ ਧੀ ਦਾ ਵਿਆਹ ਉਸੇ ਹਵੇਲੀ ਵਿੱਚ ਹੋਣ ਤੇ ਰੋ ਰਹੀ ਹੈ। ਜੀਜੇ ਜੀ ਦੇ ਕਹਿਣ ਤੇ ਗੀਤਾ ਰੋਂਦੀ ਹੋਈ ਘਰੋਂ ਚਲੀ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ਜਿਨ੍ਹਾਂ ਨੇ ਇੱਕ ਪਲ ਲਈ ਮੇਰਾ ਮਨ ਉਦਾਸ ਕਰ ਦਿੱਤਾ। ਪਰ ਫਿਰ ਅਗਲੇ ਹੀ ਪਲ ਮੈਂ ਆਪਣੀ ਭੈਣ ਦੀ ਤਰਸਯੋਗ ਹਾਲਤ ਬਾਰੇ ਸੋਚਿਆ। ਬਹੁਤ ਦੇਰ ਤੱਕ ਭੈਣ ਨੂੰ ਹੋਸ਼ ਨਹੀਂ ਆਇਆ। ਜਿਵੇਂ ਹੀ ਸੂਰਜ ਡੁੱਬ ਰਿਹਾ ਸੀ ਅਤੇ ਸ਼ਾਮ ਹੋਣ ਵਾਲੀ ਸੀ, ਦੀਦੀ ਦੀ ਅੱਖ ਖੁੱਲ ਗਈ ਅਤੇ ਉਸਨੇ ਪਹਿਲਾ ਸਵਾਲ ਪੁੱਛਿਆ, ਗੀਤਾ ਕਿੱਥੇ ਹੈ? ਇਸ ਵਾਰ ਜਦੋਂ ਜੀਜਾ ਜੀ ਨੇ ਦੱਸਿਆ ਕਿ ਉਸਨੇ ਗੀਤਾ ਨੂੰ ਘਰੋਂ ਕੱਢ ਦਿੱਤਾ ਹੈ, ਜਿਸ ਤੇ ਭੈਣ ਨੇ ਜੀਜੇ ਵੱਲ ਛੱਕੀ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਰੋਣ ਲੱਗ ਪਈ ਅਤੇ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ, ਅਸੀਂ ਅਪਰਾਧ ਕੀਤਾ ਹੈ ਗੀਤਾ ਦੇ ਪਾਪਾ, ਅਸੀਂ ਕੁਝ ਨਹੀਂ ਕਰ ਸਕੇ, ਅਸੀਂ ਅਪਰਾਧ ਕੀਤਾ ਹੈ ਪਰ ਕੋਈ ਅਪਰਾਧ ਹੀ ਨਹੀਂ ਹੈ, ਅਸੀਂ ਬਹੁਤ ਵੱਡਾ ਪਾਪ ਕੀਤਾ ਹੈ। ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਮੇਰੀ ਭੈਣ ਫਿਰ ਸੌਂ ਗਈ ਤੇ ਮੇਰਾ ਮਨ ਅਟਕ ਗਿਆ ਕਿ ਮੇਰੀ ਭੈਣ ਨੂੰ ਕੀ ਹੋ ਗਿਆ ਹੈ ਕਿ ਉਹ ਇਸ ਤਰ੍ਹਾਂ ਰੋ ਰਹੀ ਹੈ। ਉਸ ਰਾਤ ਮੈਂ ਆਪਣੇ ਪਤੀ ਤੋਂ ਆਗਿਆ ਲੈ ਕੇ ਆਪਣੀ ਭੈਣ ਦੇ ਘਰ ਰੁਕ ਗਈ। ਰਾਤ ਜੋ ਮੈਂ ਆਪਣੀ ਭੈਣ ਤੋਂ ਸਾਰੀ ਸੱਚਾਈ ਜਾਣ ਸਕਾਂ, ਕਿਉਂਕਿ ਮੇਰਾ ਮਨ ਕਹਿ ਰਿਹਾ ਸੀ ਕਿ ਮੇਰੀ ਭੈਣ ਜ਼ਰੂਰ ਕੁਝ ਨਾ ਕੁਝ ਛੁਪਾ ਰਹੀ ਹੈ। ਕਾਫੀ ਦੇਰ ਤੱਕ ਪਿੰਡ ਵਾਲੇ ਆ ਕੇ ਦੀਦੀ ਦਾ ਹਾਲ ਪੁੱਛਦੇ ਰਹੇ ਅਤੇ ਬਹੁਤ ਲੋਕ ਕਹਿੰਦੇ ਸਨ ਕਿ ਮੁੰਡੇ ਦਾ ਘਰ ਇੰਨਾ ਵੱਡਾ ਹੈ, ਤੈਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੈਨੂੰ ਅਜਾ ਜਮਾਈ ਮਿਲਿਆ ਹੈ। ਸਾਰੀ ਦੁਨੀਆ ਇਸ ਜਮਾਈ ਵਰਗਾ ਜਮਾਈ ਲੱਭਦੀ ਹੈ, ਇੱਕ ਤੁਸੀਂ ਹੋ ਜਿਸ ਨੂੰ ਗੁੱਸਾ ਆ ਰਿਹਾ ਹੈ। ਲੋਕਾਂ ਦੀਆਂ ਅਜੀਆਂ ਗੱਲਾਂ ਸੁਣ ਕੇ ਦੀਦੀ ਫਿਰ ਰੋਣ ਲੱਗ ਪਈ। ਇਸ ਕਾਰਨ ਮੈਂ ਉਸ ਤੋਂ ਬਾਅਦ ਕਿਸੇ ਨੂੰ ਘਰ ਅੰਦਰ ਨਹੀਂ ਆਉਣ ਦਿੱਤਾ। ਜੋ ਵੀ ਆਉਂਦਾ ਮੈਂ ਇਹ ਕਹਿ ਦਿੰਦੀ ਕਿ ਮੇਰੀ ਭੈਣ ਸੁੱਤੀ ਪਈ ਹੈ ਅਤੇ ਮੈਂ ਦੀਦੀ ਕੋਲ ਬੈਠ ਕੇ ਆਪਣੇ ਬਚਪਨ ਅਤੇ ਮਾਂ-ਬਾਪ ਦੀਆਂ ਗੱਲਾਂ ਕਰਦੀ। ਅਸੀਂ ਦੋਵੇਂ ਭੈਣਾਂ ਦਿਨ ਭਰ ਬਹੁਤ ਗੱਲਾਂ ਕਰਦੀਆਂ ਰਹਿੰਦੀਆਂ। ਮੈਂ ਦੀਦੀ ਕੋਲ ਬੈਠ ਕੇ ਖਾਣਾ ਬਣਾਇਆ। ਜਦੋਂ ਰਾਤ ਹੋਈ ਤਾਂ ਭੈਣ ਸਾਰਿਆਂ ਤੋਂ ਪਹਿਲਾਂ ਲੇਟ ਗਈ ਅਤੇ ਮੈਂ ਉਸ ਨੂੰ ਸੁੱਤੀ ਨੂੰ ਦੇਖਦੀ ਰਹੀ। ਫਿਰ ਰਾਤ ਦੇ ਸਮੇਂ ਜਦੋਂ ਮੈਂ ਦੀਦੀ ਨੂੰ ਮੰਜੇ ਤੋਂ ਉੱਠਦਿਆਂ ਦੇਖਿਆ, ਮੈਂ ਵੀ ਅੱਖਾਂ ਬੰਦ ਕਰਕੇ ਪਈ ਰਹੀ। ਮੈਂ ਸਿਰਫ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕੀ ਕਰ ਰਹੀ ਹੈ। ਜਦੋਂ ਭੈਣ ਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਰਹੀ ਹਾਂ ਤਾਂ ਉਹ ਕਮਰੇ ਵਿੱਚ ਇੱਕ ਡੱਬੇ ਕੋਲ ਬੈਠ ਗਈ ਅਤੇ ਆਪਣੇ ਪੱਲੂ ਨਾਲ ਬੰਨੀ ਚਾਬੀ ਨਾਲ ਉਸ ਨੂੰ ਖੋਲ੍ਹਣ ਲੱਗੀ। ਮੈਨੂੰ ਅਚਾਨਕ ਯਾਦ ਆਇਆ ਕਿ ਮੇਰੀ ਭੈਣ ਨੇ ਮੈਨੂੰ ਇਹ ਡੱਬਾ ਕਦੇ ਖੋਲ੍ਹਣ ਨਹੀਂ ਦਿੱਤਾ ਸੀ। ਮੈਂ ਹੁਣ ਉੱਠ ਕੇ ਬੈਠ ਗਈ ਸੀ, ਪਰ ਦੀਦੀ ਦਾ ਧਿਆਨ ਮੇਰੇ ਵੱਲ ਨਹੀਂ ਸੀ। ਉਹ ਦੂਜੇ ਪਾਸੇ ਤੋਂ ਡੱਬੇ ਵਿੱਚੋਂ ਕੁਝ ਚੀਜ਼ਾਂ ਕੱਢ ਰਹੀ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਦੀਦੀ ਇਸ ਡੱਬੇ ਵਿੱਚ ਆਪਣੇ ਗਹਿਣੇ ਰੱਖਦੀ ਹੋਵੇਗੀ, ਇਸ ਕਰਕੇ ਉਹ ਇਸ ਨੂੰ ਨਹੀਂ ਖੋਲ੍ਹਦੀ ਅਤੇ ਅੱਜ ਮੈਂ ਇਹ ਜਾਣਨ ਲਈ ਉਤਸੁਕ ਸੀ। ਇਸ ਲਈ ਮੈਂ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਭੈਣ ਨੇ ਇੱਕ ਇੱਕ ਕਰਕੇ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੈਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਸਭ ਤੋਂ ਪਹਿਲਾਂ ਕੁਝ ਕੱਪੜੇ ਸਨ ਜੋ ਬਹੁਤ ਛੋਟੇ ਬੱਚੇ ਦੇ ਸਨ। ਇਸ ਤੋਂ ਬਾਅਦ ਕੱਪੜਿਆਂ ਦਾ ਆਕਾਰ ਵੱਡਾ ਹੁੰਦਾ ਗਿਆ। ਇਹ ਸਾਰੇ ਕੁੜੀਆਂ ਦੇ ਕੱਪੜੇ ਸਨ। ਇਸ ਤੋਂ ਬਾਅਦ ਭੈਣ ਨੇ ਖਿਡੌਣੇ ਕੱਢਣੇ ਸ਼ੁਰੂ ਕਰ ਦਿੱਤੇ। ਕੋਈ ਪਲਾਸਟਿਕ ਦਾ ਸੀ ਤੇ ਕੋਈ ਮਿੱਟੀ ਦਾ। ਉਸ ਤੋਂ ਬਾਅਦ ਫੋਟੋਆਂ ਦੀ ਵਾਰੀ ਆਈ। ਇੱਕ ਇੱਕ ਕਰਕੇ ਬਹੁਤ ਸਾਰੀਆਂ ਤਸਵੀਰਾਂ ਸਨ। ਜਦੋਂ ਮੈਂ ਆਪਣੇ ਦਿਮਾਗ ਵਿੱਚ ਤੇ ਜ਼ੋਰ ਪਾਇਆ ਤਾਂ ਦੇਖਿਆ ਉਹ ਤਸਵੀਰਾਂ ਗੀਤਾ ਦੀਆਂ ਸਨ, ਪਰ ਉਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਦੀ ਤਸਵੀਰ ਮਿਲ ਗਈ। ਮੈਂ ਇੰਨਾ ਦੂਰ ਨਹੀਂ ਬੈਠੀ ਸੀ ਕਿ ਮੈਂ ਉਸ ਦਾ ਚਿਹਰਾ ਦੇਖ ਨਾ ਸਕਾਂ, ਪਰ ਫਿਰ ਵੀ ਮੈਂ ਦੂਜੇ ਚਿਹਰੇ ਨੂੰ ਨਹੀਂ ਪਛਾਣ ਸਕੀ ਜੋ ਇੱਕ ਲੜਕੀ ਦਾ ਸੀ, ਪਰ ਉਸ ਦਾ ਚਿਹਰਾ ਮੇਰੀ ਭੈਣ ਅਤੇ ਜੀਜੇ ਜੀ ਨਾਲ ਮਿਲਦਾ ਜੁਲਦਾ ਸੀ। ਖਾਸ ਗੱਲ ਇਹ ਸੀ ਕਿ ਉਸ ਦਾ ਰੰਗ ਵੀ ਦੀਦੀ ਦੇ ਬਾਕੀ ਬੱਚਿਆਂ ਵਾਂਗ ਕਾਲਾ ਸੀ। ਦੀਦੀ ਨੇ ਆਪਣਾ ਦੁਪੱਟਾ ਜ਼ਮੀਨ ਤੇ ਰੱਖਿਆ ਅਤੇ ਉਸ ਤੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਰੱਖਣ ਲੱਗ ਪਈ। ਨਾਲ ਨਾਲ ਉਹ ਚੀਜ਼ਾਂ ਨੂੰ ਚੁੰਮ ਰਹੀ ਸੀ ਅਤੇ ਰੋ ਰਹੀ ਸੀ। ਫਿਰ ਉਸਨੇ ਸਾਰਾ ਸਮਾਨ ਇੱਕ ਗਠੜੀ ਵਿੱਚ ਬੰਨ੍ਹ ਲਿਆ ਅਤੇ ਉਸ ਦੇ ਉੱਠਣ ਤੋਂ ਪਹਿਲਾਂ ਮੈਂ ਤੁਰੰਤ ਲੇਟ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਦੀਦੀ ਕਿੱਥੇ ਜਾਂਦੀ ਹੈ। ਉਹ ਗਠੜੀ ਚੁੱਕ ਕੇ ਵਿਹੜੇ ਵਿੱਚੋਂ ਲੰਘ ਗਈ। ਵਿਹੜੇ ਵਿੱਚ ਹਰ ਕੋਈ ਮੰਜੇ ਤੇ ਸੌਂ ਰਿਹਾ ਸੀ। ਵਿਹੜੇ ਤੋਂ ਬਾਹਰ ਜਾ ਕੇ ਦੀਦੀ ਨੇ ਉਸ ਗਠੜੀ ਨੂੰ ਜ਼ਮੀਨ ਤੇ ਰੱਖ ਦਿੱਤਾ
ਅਤੇ ਮਿੱਟੀ ਦਾ ਤੇਲ ਪਾ ਦਿੱਤਾ। ਇਸ ਤੋਂ ਪਹਿਲਾਂ ਉਹ ਹਰ ਚੀਜ਼ ਨੂੰ ਅੱਗ ਲਾ ਦਿੰਦੀ। ਮੈਂ ਝੱਟ ਅੱਗੇ ਜਾ ਕੇ ਉਸ ਦਾ ਹੱਥ ਫੜ ਲਿਆ। ਮੈਨੂੰ ਦੇਖ ਕੇ ਦੀਦੀ ਭੜਕ ਗਈ। ਮੈਂ ਉਹ ਗੜ੍ਹੜੀ ਚੁੱਕੀ ਤੇ ਭੈਣ ਨੂੰ ਨਾਲ ਲੈ ਕੇ ਅੰਦਰ ਆ ਗਈ। ਉਸ ਨੂੰ ਮੰਜੇ ਤੇ ਬਿਠਾਇਆ ਅਤੇ ਪਾਣੀ ਦਾ ਗਲਾਸ ਉਸ ਦੇ ਹੱਥ ਵਿੱਚ ਫੜਾ ਦਿੱਤਾ। ਭੈਣ ਹੁਣ ਸਿਰ ਝੁਕਾ ਕੇ ਬੈਠੀ ਸੀ, ਜਿਵੇਂ ਉਸ ਦਾ ਕੋਈ ਰਾਜ਼ ਖੁੱਲ੍ਹ ਗਿਆ ਹੋਵੇ। ਮੈਂ ਉੱਠ ਕੇ ਇੱਕ ਵਾਰ ਫਿਰ ਬਾਹਰ ਦੇਖਿਆ ਕਿ ਕੋਈ ਜਾਗ ਰਿਹਾ ਹੈ ਜਾਂ ਨਹੀਂ, ਅਤੇ ਜਦੋਂ ਮੈਨੂੰ ਤਸੱਲੀ ਹੋਈ ਕਿ ਸਾਰੇ ਸੁੱਤੇ ਪਏ ਹਨ, ਇਸ ਲਈ ਮੈਂ ਆਪਣੀ ਭੈਣ ਨੂੰ ਉਹ ਸਵਾਲ ਪੁੱਛਿਆ ਜੋ ਲੰਬੇ ਸਮੇਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਕਈ ਦਿਨਾਂ ਤੋਂ ਅਜੀਬ ਲੱਗ ਰਹੇ ਹੋ। ਕਦੇ ਅਚਾਨਕ ਰੋਣਾ ਤੇ ਕਦੇ ਅਚਾਨਕ ਚੁੱਪ ਹੋ ਜਾਣਾ, ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੇਖਣਾ, ਉਹਨਾਂ ਨੂੰ ਚੁੰਮਣਾ ਅਤੇ ਫਿਰ ਰੋਣਾ ਅਤੇ ਫਿਰ ਉਹਨਾਂ ਨੂੰ ਅੱਗ ਲਾਉਣ ਲਈ ਲੈ ਜਾਣਾ। ਮੈਨੂੰ ਇਹ ਸਭ ਠੀਕ ਨਹੀਂ ਲੱਗਿਆ। ਮੈਂ ਉਸ ਨੂੰ ਕਿਹਾ, ਤੁਸੀਂ ਜੋ ਵੀ ਕਰ ਰਹੇ ਹੋ ਉਹ ਮੈਨੂੰ ਸ਼ੱਕੀ ਲੱਗਦਾ ਹੈ। ਕੁਝ ਸਮਾਂ ਪਹਿਲਾਂ ਗੀਤਾ ਪ੍ਰਤੀ ਤੁਹਾਡਾ ਰਵੱਈਆ ਹੋਰ ਸੀ ਅਤੇ ਹੁਣ ਉਸ ਲਈ ਇੰਨਾ ਰੋਣਾ ਕਿਉਂ? ਭੈਣ। ਇਸ ਤੇ ਮੇਰੀ ਭੈਣ ਨੇ ਕਿਹਾ ਕਿ ਕੁਝ ਵੀ ਅਜਿਹਾ ਨਹੀਂ ਹੈ ਜਿਵੇਂ ਤੁਸੀਂ ਸੋਚ ਰਹੇ ਹੋ, ਇਹ ਤੇਰਾ ਪਾਗਲਪਨ ਹੈ। ਪਰ ਉਸ ਤੋਂ ਬਾਅਦ ਇਸ ਗੱਲ ਵਿੱਚ ਮੈਨੂੰ ਬਿਲਕੁਲ ਵੀ ਸੱਚਾਈ ਨਹੀਂ ਲੱਗੀ ਅਤੇ ਮੈਂ ਇਸ ਨੂੰ ਇੱਕ ਵਾਰ ਫਿਰ ਦੁਹਰਾਇਆ, ਪਰ ਉਸਨੇ ਫਿਰ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਬਹੁਤ ਕੁਝ ਕਿਹਾ ਸੀ ਕਿ ਤੁਸੀਂ ਸ਼ਾਇਦ ਉਸ ਕੁੜੀ ਦੇ ਗੋਰੇ ਰੰਗ ਦੀ ਵਜ੍ਹਾ ਕਰਕੇ ਉਸ ਨੂੰ ਕੁਝ ਨਹੀਂ ਕਹਿੰਦੇ, ਜਦੋਂ ਕਿ ਬਾਕੀ ਕਾਲੇ ਬੱਚਿਆਂ ਨੂੰ ਉਹਨਾਂ ਦੀ ਮਾਮੂਲੀ ਜਿਹੀ ਗਲਤੀ ਤੇ ਵੀ ਸਜ਼ਾ ਦਿੰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਦੂਜੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਜਾਂ ਸ਼ਾਇਦ ਤੁਸੀਂ ਆਪਣੀ ਧੀ ਦੀ ਸੁੰਦਰਤਾ ਤੋਂ ਇੰਨੇ ਮੋਹਿਤ ਹੋ, ਇਸੇ ਲਈ ਇਹ ਸਭ ਕਰ ਰਹੇ ਹੋ। ਇਸ ਇਲਜ਼ਾਮ ਕਾਰਨ ਉਸ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਫਿਰ ਉਸਨੇ ਸੱਚਾਈ ਮੇਰੇ ਸਾਹਮਣੇ ਰੱਖ ਦਿੱਤੀ ਅਤੇ ਮੈਨੂੰ ਉਹ ਰਾਜ਼ ਦੱਸ ਦਿੱਤਾ ਜੋ ਉਹ ਅੱਜ ਤੱਕ ਦੁਨੀਆ ਤੋਂ ਛੁਪਾ ਰਹੀ ਸੀ। ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਬੋਲ ਸੁਣ ਕੇ ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਮੈਂ 18 ਸਾਲ ਪਹਿਲਾਂ ਗਰਭਵਤੀ ਸੀ ਅਤੇ ਉਹਨਾਂ ਦਿਨਾਂ ਵਿੱਚ ਅਸੀਂ ਵੱਡੀ ਹਵੇਲੀ ਵਿੱਚ ਕੰਮ ਕਰਦੇ ਸੀ। ਉਸ ਸਮੇਂ ਮਾਲਕਨ ਦੇ ਘਰ ਵਿੱਚ ਬੱਚਾ ਪੈਦਾ ਹੋਣ ਵਾਲਾ ਸੀ। ਪਹਿਲਾ ਪੁੱਤਰ 4 ਸਾਲ ਦਾ ਸੀ, ਜਿਸ ਦਾ ਨਾਮ ਵਿਜੇ ਸੀ। ਮੈਨੂੰ ਯਾਦ ਹੈ ਇੱਕ ਵਾਰ ਵਿਜੇ ਨੇ ਮਾਲਕਨ ਨੂੰ ਕਿਹਾ ਸੀ ਕਿ ਉਹ ਇੱਕ ਭੈਣ ਚਾਹੁੰਦਾ ਹੈ। ਉਸ ਦਾ ਅੰਦਾਜ਼ਾ ਇੰਨਾ ਪਿਆਰਾ ਸੀ ਕਿ ਮੈਨੂੰ ਉਸ ਬੱਚੇ ਨਾਲ ਪਿਆਰ ਹੋ ਗਿਆ। ਪਰ ਮਾਲਕਨ ਇਹ ਸੁਣ ਕੇ ਰੋਣ ਲੱਗ ਪਈ ਅਤੇ ਕਾਫੀ ਦੇਰ ਰੋਂਦੀ ਰਹੀ। ਮੈਂ ਸੋਚਣ ਲੱਗੀ ਕਿ ਵੱਡੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਦੇ ਨਸੀਬ ਤੋਂ ਡਰ ਲੱਗਦਾ ਹੈ, ਜਾਂ ਸ਼ਾਇਦ ਉਹਨਾਂ ਨੂੰ ਧੀ ਨਹੀਂ ਚਾਹੀਦੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਅਤੇ ਫਿਰ ਇੱਕ ਰਾਤ ਮੈਨੂੰ ਦਰਦ ਹੋਇਆ ਅਤੇ ਉਸ ਰਾਤ ਮੈਂ ਇੱਕ ਬੱਚੀ ਨੂੰ ਜਨਮ ਦਿੱਤਾ। ਉਸੇ ਰਾਤ ਮਾਲਕਨ ਦੇ ਘਰ ਵੀ ਇੱਕ ਬੱਚੇ ਨੇ ਜਨਮ ਲਿਆ। ਹਰ ਪਾਸੇ ਵਧਾਈਆਂ ਦਾ ਸ਼ੋਰ ਸੀ, ਪਰ ਮੈਂ ਮਾਲਕ ਅਤੇ ਮਾਲਕਨ ਦੇ ਚਿਹਰਿਆਂ ਤੇ ਚਿੰਤਾ ਦੇ ਹਾਵ-ਭਾਵ ਦੇਖ ਸਕਦੀ ਸੀ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਉਂ। ਭਾਵੇਂ ਅਸੀਂ ਗਰੀਬ ਹਾਂ, ਪਰ ਫਿਰ ਵੀ ਅਸੀਂ ਧੀ ਦੇ ਜਨਮ ਤੇ ਖੁਸ਼ ਹੁੰਦੇ ਹਾਂ। ਪਰ ਇਹ ਲੋਕ ਬਹੁਤ ਅਮੀਰ ਹਨ ਅਤੇ ਇਹਨਾਂ ਦੇ ਪਹਿਲੀ ਧੀ ਹੋਈ ਹੈ, ਤਾਂ ਇਹ ਪਰੇਸ਼ਾਨੀ ਕਿਉਂ? ਮੈਂ ਮਨ ਹੀ ਮਨ ਆਪਣੀ ਮਾਲਕਨ ਨਾਲ ਗੱਲ ਕਰਨ ਦੇ ਇਰਾਦੇ ਨਾਲ ਸੌਂ ਗਈ ਸੀ। 2 ਦਿਨ ਇਸੇ ਤਰ੍ਹਾਂ ਲੰਘ ਗਏ। ਜਦੋਂ ਮਾਲਕਨ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਮੈਂ ਥੋੜਾ ਹੈਰਾਨ ਹੋਈ, ਪਰ ਉਹ ਆਪਣੀ ਧੀ ਨਾਲ ਉਸਦੇ ਕਮਰੇ ਵਿੱਚ ਚਲੀ ਗਈ। ਮੈਂ ਇੱਥੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ, ਪਰ ਕਦੇ ਮਾਲਕਨ ਦੇ ਕਮਰੇ ਵਿੱਚ ਨਹੀਂ ਗਈ ਸੀ। ਅੱਜ ਜਦੋਂ ਮੈਂ ਉੱਥੇ ਪੈਰ ਰੱਖਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਅਜੀਸ਼ਾਨ ਅਤੇ ਐਸ਼ੋ ਆਰਾਮ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਹੀ ਹੁੰਦੀ ਹੈ। ਫਿਰ ਮੇਰੀ ਨਜ਼ਰ ਉਸ ਬਿਸਤਰ ਤੇ ਪਈ ਜਿੱਥੇ ਅਣਗਿਣਤ ਹੀਰੇ ਰਾਜੇ ਦੇ ਖਜ਼ਾਨੇ ਵਾਂਗ ਰੱਖੇ ਹੋਏ ਸਨ। ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਦੂਰ ਖੜੀ ਹੋ ਗਈ ਕਿ ਕਿਤੇ ਮੇਰੇ ਤੇ ਇਸ ਵਿੱਚੋਂ ਕੁਝ ਚੋਰੀ ਹੋਣ ਦਾ ਦੋਸ਼ ਨਾ ਲੱਗ ਜਾਵੇ। ਪਰ ਮੇਰੀ ਨਜ਼ਰ ਅਜੇ ਵੀ ਉਸੇ ਸੋਨੇ ਦੇ ਢੇਰ ਤੇ ਸੀ ਜਿਸ ਦੀ ਰੋਸ਼ਨੀ ਨੇ ਮੇਰੀਆਂ ਅੱਖਾਂ ਨੂੰ ਚਮਕਾ ਦਿੱਤਾ। ਫਿਰ ਮਾਲਕਨ ਨੇ ਅੱਗੇ ਆ ਕੇ ਮੈਨੂੰ ਬੈਠਣ ਲਈ ਕਿਹਾ। ਮੈਂ ਉੱਥੇ ਜ਼ਮੀਨ ਤੇ ਬੈਠ ਗਈ, ਪਰ ਮਾਲਕਨ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਮੰਜੇ ਤੇ ਬਿਠਾਇਆ ਅਤੇ ਮੈਨੂੰ ਕਹਿਣ ਲੱਗੀ, ਤੁਸੀਂ ਮੈਨੂੰ ਆਪਣੀ ਧੀ ਦੇ ਦਿਓ। ਆਪਣੀ ਧੀ ਨੂੰ ਮੇਰੀ ਗੋਦੀ ਵਿੱਚ ਬਿਠਾਓ। ਮੈਂ ਪ੍ਰਮਾਤਮਾ ਦੀ ਸਹੁੰ ਖਾਂਦੀ ਹਾਂ ਤੁਹਾਨੂੰ ਕਦੇ ਵੀ ਉਸ ਪਾਸਿਓਂ ਕੋਈ
ਮੁਸ਼ਕਲ ਨਹੀਂ ਆਵੇਗੀ। ਇਹ ਸੁਣਦੇ ਸਾਰ ਹੀ ਮੇਰੇ ਕੰਨ ਖੜੇ ਹੋ ਗਏ ਅਤੇ ਮੇਰੀ ਨਜ਼ਰ ਮੇਰੀ ਗੋਦੀ ਵਿੱਚ ਬੈਠੀ ਆਪਣੀ ਬੇਟੀ ਤੇ ਪਈ, ਜੋ ਉਸ ਸਮੇਂ ਆਪਣਾ ਅੰਗੂਠਾ ਚੂਸ ਰਹੀ ਸੀ। ਮੈਂ ਘਬਰਾ ਕੇ ਕਿਹਾ ਸੀ ਕਿ ਮਾਲਕਣ, ਤੁਹਾਡੇ ਵੀ ਆਪਣੀ ਇੱਕ ਧੀ ਹੈ ਤਾਂ ਮੇਰੀ ਇਸ ਕਾਲੀ ਚਮੜੀ ਵਾਲੀ ਕੁੜੀ ਦੀ ਕੀ ਲੋੜ ਹੈ। ਇਹ ਸੁਣ ਕੇ ਮੇਰੀ ਮਾਲਕਣ ਰੋਣ ਲੱਗ ਪਈ, ਜਿਵੇਂ ਮੈਂ ਉਸ ਦੀਆਂ ਦੁਖਦਾਈ ਨਾੜਾਂ ਤੇ ਹੱਥ ਰੱਖ ਦਿੱਤਾ ਹੋਵੇ। ਰੋਂਦੇ ਹੋਏ ਉਸਨੇ ਕਿਹਾ ਕਿ ਰਾਧਾ, ਮਜਬੂਰੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਬੇਟੀਆਂ ਨੂੰ ਕਿਵੇਂ ਪਾਲਿਆ ਜਾਂਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਮਾਲਕਣ ਦੀਆਂ ਅੱਖਾਂ ਵਿੱਚ ਡਰ ਦੇਖਿਆ ਅਤੇ ਮੇਰੀ ਉਤਸੁਕਤਾ ਹੋਰ ਵੱਧ ਗਈ। ਰਾਧਾ, ਮੇਰੀ ਧੀ ਮੈਥੋਂ ਲੈ ਕੇ ਆਪਣੀ ਧੀ ਮੈਨੂੰ ਦੇ ਦਿਓ। ਮਾਲਕਣ ਨੇ ਇੱਕ ਵਾਰ ਹੇਠਾਂ ਡਿੱਗ ਕੇ ਕਿਹਾ। ਹੁਣ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸਨੇ ਮੇਰੇ ਪੈਰ ਫੜ ਲਏ। ਇੰਨੇ ਵੱਡੇ ਮਹਿਲ ਦੀ ਮਾਲਕਣ ਨੂੰ ਮੇਰੇ ਪੈਰੀ ਡਿੱਗਦਾ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਝੱਟ ਉਸ ਨੂੰ ਚੁੱਕ ਕੇ ਉੱਪਰ ਉਠਾਇਆ, ਪਰ ਮੈਂ ਉਹਨਾਂ ਨੂੰ ਦਿਲਾਸਾ ਕਿਵੇਂ ਦੇ ਸਕਦੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਕਹਿਣ ਲੱਗੀ, ਰਾਧਾ, ਮੈਂ ਤੇਰੀ ਧੀ ਦਾ ਵਿਆਹ ਅਜੇ ਸ਼ਾਹੀ ਪਰਿਵਾਰ ਵਿੱਚ ਕਰਾਂਗੀ ਕਿ ਤੇਰਾ ਸਾਰਾ ਪਰਿਵਾਰ ਖੁਸ਼ ਹੋ ਜਾਵੇਗਾ। ਮੈਂ ਤੇਰੇ ਸਾਰੇ ਮੁੰਡਿਆਂ ਨੂੰ ਵਿਦੇਸ਼ ਭੇਜ ਦਿਆਂਗੀ। ਤੁਸੀਂ ਇਹ ਸਾਰੇ ਗਹਿਣੇ ਵੀ ਰੱਖ ਲਓ, ਬਸ ਤੇਰੀ ਧੀ ਦੀ ਥਾਂ ਮੇਰੀ ਧੀ ਬਦਲ ਦਿਓ। ਮੇਰੀ ਮਾਲਕਣ ਦਾ ਮਨ ਇਸ ਗੱਲ ਤੋਂ ਫਿਰ ਟੁੱਟ ਗਿਆ ਸੀ। ਮੈਂ ਇੱਕ ਵਾਰ ਫਿਰ ਮਾਲਕਣ ਨੂੰ ਕਿਹਾ ਕਿ ਮੇਰੀ ਧੀ ਨੂੰ ਮੈਂ ਬਿਨਾਂ ਬਜਾਏ ਕਿਵੇਂ ਬਦਲ ਦੇਵਾਂ ਅਤੇ ਮੇਰਾ ਪਤੀ ਕਿਵੇਂ ਸਵੀਕਾਰ ਕਰੇਗਾ। ਮੇਰੀ ਮਜਬੂਰੀ ਸੁਣ ਕੇ ਉਸਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਤਾਂ ਉਸਦੀ ਆਵਾਜ਼ ਵਿੱਚ ਦਰਦ ਸੀ। ਰਾਧਾ, ਮੇਰੀ ਇਹ ਛੋਟੀ ਕੁੜੀ ਅਪਰਾਧ ਦਾ ਸ਼ਿਕਾਰ ਹੋਣ ਜਾ ਰਹੀ ਹੈ। ਇੱਕ ਰਾਤ ਮੈਂ ਅਤੇ ਮਾਲਕ ਇੱਕ ਵਿਆਹ ਤੋਂ ਵਾਪਸ ਆ ਰਹੇ ਸੀ। ਮੌਸਮ ਬਹੁਤ ਖਰਾਬ ਸੀ, ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸਾਰਾ ਰਸਤਾ ਧੁੰਦ ਦੀ ਚਾਦਰ ਵਿੱਚ ਢਕਿਆ ਹੋਇਆ ਸੀ। ਕਾਰ ਦੀਆਂ ਹੈੱਡਲਾਈਟਾਂ ਚਾਲੂ ਹੋਣ ਦੇ ਬਾਵਜੂਦ ਸਾਹਮਣੇ ਵਾਲਾ ਹਿੱਸਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਉਸ ਹਨੇਰੇ ਵਿੱਚ ਪਤਾ ਨਹੀਂ ਕਿਵੇਂ ਇੱਕ ਕੁੜੀ ਸਾਡੀ ਕਾਰ ਦੇ ਅੱਗੇ ਆ ਗਈ। ਉਹ ਇਸ ਪਿੰਡ ਦੇ ਇੱਕ ਠਾਕੁਰ ਦੀ ਧੀ ਸੀ। ਪਤਾ ਨਹੀਂ ਉਹ ਇੰਨੀ ਦੇਰ ਰਾਤ ਇੱਥੇ ਕਿਉਂ ਆਈ ਸੀ। ਉਹ ਕੁੜੀ ਇੰਨੀ ਸੋਹਣੀ ਲੱਗਦੀ ਸੀ ਜਿਵੇਂ ਕੋਈ ਅਫਸਰਾ ਹੋਵੇ। ਠਾਕੁਰ ਨੇ ਸਾਨੂੰ ਪੰਚਾਇਤ ਦੇ ਸਾਹਮਣੇ ਪੇਸ਼ ਕੀਤਾ। ਉਹ ਆਪਣੀ ਧੀ ਦੇ ਕਤਲ ਨੂੰ ਮਾਫ ਕਰਨ ਲਈ ਤਿਆਰ ਨਹੀਂ ਸੀ, ਪਰ ਅਸੀਂ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸੀ। ਇਸ ਲਈ ਪੰਚਾਇਤ ਨੇ ਫਾਂਸੀ ਦੀ ਬਜਾਏ ਅਨੋਖੀ ਸਜ਼ਾ ਦਿੱਤੀ। ਇਹ ਸਜ਼ਾ ਇਹ ਸੀ ਕਿ ਜਦੋਂ ਸਾਡੀਆਂ ਸਾਰੀਆਂ ਧੀਆਂ ਦੀ ਉਮਰ 18 ਸਾਲ ਤੋਂ ਉੱਪਰ ਹੋ ਜਾਵੇਗੀ, ਤਦ ਉਹਨਾਂ ਵਿੱਚੋਂ ਜੋ ਸਭ ਤੋਂ ਖੂਬਸੂਰਤ ਧੀ ਹੋਵੇਗੀ, ਅਪਰਾਧ ਦੀ ਸਜ਼ਾ ਵਜੋਂ ਉਸ ਨੂੰ ਠਾਕਰ ਪਰਿਵਾਰ ਨੂੰ ਦਿੱਤੀ ਜਾਵੇਗੀ। ਉਹ ਇਸ ਕੁੜੀ ਦਾ ਵਿਆਹ ਆਪਣੇ ਕਿਸੇ ਲੜਕੇ ਨਾਲ ਕਰਵਾ ਕੇ ਲੈ ਜਾਣਗੇ। ਭਵਿੱਖ ਵਿੱਚ ਉਹ ਜੋ ਵੀ ਕਰਨਗੇ ਉਹ ਉਹਨਾਂ ਦੀ ਮਰਜ਼ੀ ਹੋਵੇਗੀ, ਪਰ ਧੀ ਤਾਂ ਸੋਹਣੀ ਹੋਣੀ ਚਾਹੀਦੀ ਹੈ। ਉਹ ਇੱਕ ਬਦਸੂਰਤ ਕੁੜੀ ਜਾਂ ਪੈਸੇ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਸਾਡੀ ਸਿਰਫ ਇੱਕ ਧੀ ਹੈ ਜੋ ਪਹਿਲਾਂ ਹੀ ਬਹੁਤ ਸੁੰਦਰ ਹੈ। ਤੁਸੀਂ ਇਸ ਨੂੰ ਦੇਖਿਆ ਹੀ ਹੈ। ਇਹ ਕਹਿ ਕੇ ਉਸਨੇ ਆਪਣੀ ਧੀ ਨੂੰ ਮੇਰੇ ਸਾਹਮਣੇ ਕਰ ਦਿੱਤੀ। ਉਹ ਚੰਦ ਦੇ ਟੁਕੜੇ ਵਰਗੀ ਲੱਗ ਰਹੀ ਸੀ। ਇਸ ਦਾ ਮਤਲਬ ਇਹ ਸੀ ਕਿ ਉਸਨੇ ਠਾਕੁਰ ਦੇ ਘਰ ਜਾਣਾ ਸੀ। ਮੈਂ ਆਪਣੀ ਧੀ ਵੱਲ ਦੇਖਿਆ ਅਤੇ ਮੈਨੂੰ ਝੱਟ ਸਮਝ ਆ ਗਈ ਕਿ ਮਾਲਕਣ ਮੇਰੀ ਧੀ ਨੂੰ ਕਿਉਂ ਮੰਗ ਰਹੀ ਹੈ। ਮੇਰੀ ਧੀ ਦਾ ਰੰਗ ਵੀ ਬਾਕੀਆਂ ਵਾਂਗ ਕਾਲਾ ਸੀ। ਦੂਜਾ, ਉਸਦਾ ਚਿਹਰਾ ਵੀ ਬਹੁਤ ਸਧਾਰਨ ਸੀ। ਮੇਰੇ ਸਾਹਮਣੇ ਉਹ ਸਾਰੀ ਐਸ਼ੋ ਆਰਾਮ ਦੀਆਂ ਚੀਜ਼ਾਂ ਸਨ ਜੋ ਮਾਲਕਣ ਨੇ ਮੈਨੂੰ ਦੇਣ ਦਾ ਵਾਅਦਾ ਕੀਤਾ ਸੀ। ਮੇਰੇ ਪੁੱਤਰਾਂ ਦਾ ਭਵਿੱਖ ਅਤੇ ਮੇਰੀ ਧੀ ਦੀ ਜ਼ਿੰਦਗੀ ਮੇਰੀਆਂ ਅੱਖਾਂ ਸਾਹਮਣੇ ਚਮਕ ਰਹੀ ਸੀ। ਮੈਂ ਮੇਰੀ ਧੀ ਨੂੰ ਬਦਲਣ ਲਈ ਰਾਜ਼ੀ ਹੋ ਗਈ। ਮਾਲਕਣ ਪੂਰੀ ਖੁਸ਼ ਹੋ ਗਈ। ਮਾਲਕਣ ਨੇ ਮੇਰੇ ਝੋਲੀ ਵਿੱਚ ਬਹੁਤ ਸਾਰੇ ਗਹਿਣੇ ਪਾ ਦਿੱਤੇ ਅਤੇ ਉਸਨੇ ਆਪਣੀ ਧੀ ਨੂੰ ਵੀ ਮੇਰੀ ਝੋਲੀ ਵਿੱਚ ਪਾ ਦਿੱਤਾ ਅਤੇ ਉਸਨੇ ਮੇਰੇ ਤੋਂ ਫੜ ਕੇ ਕੁੜੀ ਨੂੰ ਚੁੰਮਿਆ। ਪਰ ਉਹ ਕੁੜੀ ਇੰਨੀ ਨਾਜ਼ੁਕ ਗੁੱਡੀ ਵਰਗੀ ਸੀ ਕਿ ਮੈਂ ਉਸ ਨੂੰ ਦੇਖ ਕੇ ਚੁੰਮ ਵੀ ਨਹੀਂ ਸਕੀ। ਮਾਲਕਣ ਨੇ ਮੈਨੂੰ ਕਿਹਾ ਸੀ ਕਿ ਇਸ ਕੁੜੀ ਨੂੰ ਨਾਲ ਲੈ ਆਇਆ ਕਰੋ ਅਤੇ ਇਸ ਤਰ੍ਹਾਂ ਉਹ ਆਪਣੀ ਧੀ ਨੂੰ ਵੀ ਦੇਖ ਲਿਆ ਕਰੇਗੀ। ਪਰ ਅਸੀਂ ਕੁੜੀਆਂ ਨੂੰ ਕਦੇ ਨਹੀਂ ਦੱਸਾਂਗੇ ਕਿ ਉਹ ਕੌਣ ਹੈ। ਜਦੋਂ ਦੋਵੇਂ ਕੁੜੀਆਂ ਵੱਡੀਆਂ ਹੋ ਜਾਣਗੀਆਂ ਅਤੇ ਉਹਨਾਂ ਦੇ ਵਿਆਹ ਹੋ ਜਾਣਗੇ, ਫਿਰ ਅਸੀਂ ਉਹਨਾਂ ਨੂੰ ਸੱਚ ਦੱਸਾਂਗੇ। ਮਾਲਕਣ ਦੀਆਂ ਇਹਨਾਂ ਗੱਲਾਂ ਕਰਕੇ ਮੈਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ। ਮੈਂ ਵੀ ਝੱਟ ਹਾਂ ਕਹਿ ਦਿੱਤੀ ਅਤੇ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਮਨਾ ਲਿਆ ਅਤੇ ਇਸ ਤਰ੍ਹਾਂ ਸਾਡੇ ਗਰੀਬ ਘਰ ਵਿੱਚ ਇੱਕ ਰਾਜਕੁਮਾਰੀ ਦਾ ਪਾਲਣ ਪੋਸ਼ਣ ਹੋ ਰਿਹਾ ਸੀ ਅਤੇ ਸਾਡੀ ਧੀ ਉੱਥੇ ਮਹਿਲਾਂ ਵਿੱਚ ਜੀਵਨ ਬਤੀਤ ਕਰ ਰਹੀ ਸੀ। ਮੈਂ ਅਕਸਰ ਉੱਥੇ ਜਾ ਕੇ ਉਸ ਨੂੰ ਦੇਖਦੀ ਅਤੇ ਕਦੇ ਕਤਾਈ ਉਸ ਦੀਆਂ ਫੋਟੋਆਂ ਅਤੇ ਛੋਟੇ-ਛੋਟੇ ਕੱਪੜੇ ਛੁਪਾ ਕੇ ਲਿਆਉਂਦੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੇਰੀ ਧੀ ਹੈ। ਜਿਵੇਂ ਤੈਅ ਹੋਇਆ ਸੀ, ਮੈਂ ਗੀਤਾ ਨੂੰ ਵੀ ਮਹਿਲ ਲੈ ਜਾਂਦੀ ਸੀ। ਉਹ ਉੱਥੇ ਜਾ ਕੇ ਵਿਜੇ ਨਾਲ ਖੇਡਦੀ ਤੇ ਮੈਂ ਵੀ ਉਸ ਨੂੰ ਖੇਡਣ ਦਿੰਦੀ, ਕਿਉਂਕਿ ਮੈਂ ਸੋਚਿਆ ਸੀ ਕਿ ਉਹਨਾਂ ਵਿੱਚ
ਵਿਚਕਾਰ ਨੇੜਤਾ ਹੋਵੇਗੀ। ਇਸ ਤਰ੍ਹਾਂ ਕਈ ਸਾਲ ਲੰਘ ਗਏ। ਸਾਡੀਆਂ ਕੁੜੀਆਂ ਵੱਡੀਆਂ ਹੋ ਗਈਆਂ। ਗੀਤਾ ਅਤੇ ਰੀਨਾ ਦੋਵੇਂ 18 ਸਾਲ ਦੀਆਂ ਹੋ ਗਈਆਂ। ਠਾਕਰ ਨੇ ਜੋ ਸਜ਼ਾ ਤੈਅ ਕੀਤੀ ਸੀ ਉਸ ਬਾਰੇ ਮੰਗ ਕੀਤੀ ਅਤੇ ਉਹ ਰੀਨਾ ਨੂੰ ਦੇਖਣ ਲਈ ਉੱਥੇ ਗਏ ਸਨ। ਫਿਰ ਮਾਲਕਣ ਨੇ ਜੋ ਕਿਹਾ ਸੀ ਉਹ ਹੀ ਹੋਇਆ। ਉਹ ਰੀਨਾ ਨੂੰ ਨਾਲ ਨਹੀਂ ਲੈ ਕੇ ਗਏ। ਬਦਲੇ ਵਿੱਚ ਉਹ ਇੱਕ ਸੁੰਦਰ ਕੁੜੀ ਚਾਹੁੰਦੇ ਸੀ, ਨਾ ਕਿ ਕਾਲੀ ਕੁੜੀ। ਨਾ ਕੋਈ ਪੈਸਾ ਲੈ ਕੇ ਗਏ। ਮੈਂ ਵੀ ਇਸ ਗੱਲ ਤੋਂ ਹੈਰਾਨ ਸੀ, ਪਰ ਸਾਨੂੰ ਸਾਰਿਆਂ ਨੂੰ 3 ਦਿਨਾਂ ਬਾਅਦ ਜਵਾਬ ਮਿਲਿਆ। ਜਦੋਂ ਰੀਨਾ ਨੂੰ ਉਸ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਤਾਂ ਉਹਨਾਂ ਨੇ ਖੂਨ ਦਾ ਬਦਲਾ ਲੈ ਲਿਆ ਸੀ। ਜੇ ਧੀ ਬਦਸੂਰਤ ਸੀ ਤਾਂ ਕੀ ਹੋਇਆ? ਧੀ ਤਾਂ ਧੀ ਸੀ। ਮਾਲਕਣ ਵੀ ਉਸ ਦਿਨ ਬਹੁਤ ਰੋਈ। ਆਖਰਕਾਰ ਉਸ ਨੇ ਤਾਂ ਰੀਨਾ ਨੂੰ ਪਾਲਿਆ ਸੀ ਅਤੇ ਮੈਂ ਵੀ ਆਪਣੇ ਦੁੱਖ ਵਿੱਚ ਰੋ ਰਹੀ ਸੀ ਕਿ ਮੈਂ ਆਪਣੀ ਧੀ ਨੂੰ ਕਦੇ ਚੰਗੀ ਤਰ੍ਹਾਂ ਜੱਫੀ ਵੀ ਨਾ ਪਾ ਸਕੀ। ਕੁਝ ਦਿਨ ਹੋਰ ਬੀਤ ਗਏ ਅਤੇ ਇੱਕ ਹੋਰ ਭੁਚਾਲ ਆਇਆ। ਗੀਤਾ ਨੇ ਮੈਨੂੰ ਅਤੇ ਰਜੇਸ਼ ਨੂੰ ਵਿਜੇ ਨਾਲ ਵਿਆਹ ਕਰਨ ਬਾਰੇ ਕਿਹਾ ਸੀ। ਅਸੀਂ ਦੋਵਾਂ ਨੇ ਤੁਰੰਤ ਉਸ ਨੂੰ ਇਨਕਾਰ ਕਰ ਦਿੱਤਾ। ਆਖਰ ਅਸੀਂ ਦੋਵੇਂ ਉਸ ਦਾ ਵਿਆਹ ਉਸ ਦੇ ਅਸਲੀ ਭਰਾ ਨਾਲ ਕਿਵੇਂ ਕਰਵਾ ਸਕਦੇ ਸੀ? ਇਹ ਬਹੁਤ ਵੱਡਾ ਪਾਪ ਸੀ ਜੋ ਗੀਤਾ ਸਾਨੂੰ ਕਰਨ ਲਈ ਕਹਿ ਰਹੀ ਸੀ। ਅਸੀਂ ਦੋਵੇਂ ਬਹੁਤ ਚਿੰਤਤ ਸੀ ਕਿ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ। ਅਸੀਂ ਅਜੇ ਇਹ ਸੋਚ ਹੀ ਰਹੇ ਸੀ ਕਿ ਗੀਤਾ ਘਰੋਂ ਭੱਜ ਗਈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ ਸਨ। ਇਸ ਬੱਚੀ ਦੀ ਜਾਨ ਬਚਾਉਣ ਲਈ ਅਸੀਂ ਆਪਣੀ ਧੀ ਗਵਾ ਲਈ ਅਤੇ ਹੁਣ ਇਹ ਸਾਡਾ ਮੂੰਹ ਕਾਲਾ ਕਰ ਰਹੀ ਹੈ। ਅੱਜ ਜਦੋਂ ਉਹ ਆਪਣੇ ਪਤੀ ਨਾਲ ਆਈ ਹੈ ਤਾਂ ਮੈਂ ਕਿਵੇਂ ਦੇਖ ਸਕਦੀ ਸੀ ਕਿ ਉਹ ਆਪਣੇ ਭਰਾ ਦੀ ਪਤਨੀ? ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਅਤੇ ਹੁਣ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਹੈਰਾਨੀ ਨਾਲ ਸਭ ਕੁਝ ਸੁਣ ਰਹੀ ਸੀ। ਭੈਣ ਦੇ ਦੁੱਖ ਦਰਦ ਬਾਰੇ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਅਤੇ ਮੈਂ ਭੈਣ ਨੂੰ ਜੱਫੀ ਪਾ ਲਈ। ਅਗਲੀ ਸਵੇਰ ਭੈਣ ਅਤੇ ਜੀਜਾ ਜੀ ਘਰ ਜਾਣ ਲਈ ਤਿਆਰ ਹੋ ਗਏ। ਹੁਣ ਦੋਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਕੁਝ ਨਹੀਂ ਛੁਪਾਉਣਗੇ ਅਤੇ ਗੀਤਾ ਨੂੰ ਸਾਰੀ ਸੱਚਾਈ ਦੱਸਣਗੇ। ਅੱਜ ਮੈਂ ਵੀ ਉਸ ਦੇ ਨਾਲ ਸੀ। ਜਦੋਂ ਅਸੀਂ ਮਹਿਲ ਪਹੁੰਚੇ ਤਾਂ ਸਾਹਮਣੇ ਮਾਲਕਣ ਨੂੰ ਦੇਖਿਆ ਜੋ ਮਾਲਕਣ ਨੂੰ ਚਾਹ ਦੇ ਰਹੀ ਸੀ। ਅੱਜ ਦੀਦੀ ਦਾ ਸਿਰ ਝੁਕਿਆ ਨਹੀਂ ਸੀ। ਉਹ ਦੋਹਾਂ ਦੇ ਸਾਹਮਣੇ ਕੁਰਸੀ ਤੇ ਬੈਠੀ ਸੀ ਅਤੇ ਮਾਲਕਣ ਨੂੰ ਕਿਹਾ ਉਸਨੇ ਆਪਣੀ ਧੀ ਨੂੰ ਤਾਂ ਬਚਾ ਲਿਆ ਹੈ, ਪਰ ਉਸਨੇ ਇੱਕ ਵੱਡਾ ਪਾਪ ਕੀਤਾ ਹੈ। ਇਹ ਸੁਣ ਕੇ ਮਾਲਕਣ ਨੇ ਹੈਰਾਨ ਹੋ ਕੇ ਆਪਣੀ ਭੈਣ ਵੱਲ ਦੇਖਿਆ ਅਤੇ ਪੁੱਛਿਆ, ਇਹ ਕੀ ਕਹਿ ਰਹੀ ਹੋ ਰਾਧਾ? ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ? ਫਿਰ ਮੇਰੀ ਭੈਣ ਨੇ ਉਹਨਾਂ ਨੂੰ ਦੱਸਿਆ ਕਿ ਗੀਤਾ ਨੇ ਭੱਜ ਕੇ ਵਿਜੇ ਨਾਲ ਵਿਆਹ ਕਰਵਾ ਲਿਆ ਹੈ। ਆਖਰਕਾਰ ਅਸਲੀ ਭੈਣ ਭਰਾ ਵਿਆਹ ਕਿਵੇਂ ਕਰ ਸਕਦੇ ਹਨ? ਇਹ ਕਹਿ ਕੇ ਦੀਦੀ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਇਹ ਸੁਣ ਕੇ ਮਾਲਕਣ ਨੇ ਆਵਾਜ਼ ਮਾਰੀ ਕਿ ਗੀਤਾ ਅਤੇ ਵਿਜੇ ਬਾਹਰ ਆਓ ਅਤੇ ਫਿਰ ਮਾਲਕਣ ਨੇ ਦੱਸਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਹੋਰ ਅਸਲੀਅਤ ਦਾ ਰਾਜ਼ ਖੋਲ੍ਹ ਦਿੱਤਾ। ਵਿਜੇ ਸਾਡਾ ਪੁੱਤਰ ਨਹੀਂ ਹੈ। ਵਿਜੇ ਮੇਰੇ ਪਤੀ ਦੇ ਦੋਸਤ ਦਾ ਪੁੱਤਰ ਹੈ। ਉਸਦੀ ਅਤੇ ਉਸਦੀ ਪਤਨੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਫਿਰ ਮੈਂ ਅਤੇ ਰਮੇਸ਼ ਨੇ ਵਿਜੇ ਨੂੰ ਪਾਲਿਆ। ਉਹ ਸਾਡਾ ਅਸਲੀ ਪੁੱਤਰ ਨਹੀਂ ਹੈ ਅਤੇ ਅਸੀਂ ਉਸ ਦੇ ਵਿਆਹ ਬਾਰੇ ਵੀ ਜਾਣਦੇ ਹਾਂ। ਉਸ ਰਾਤ ਜਦੋਂ ਮਾਲਕਣ ਨੇ ਇਸ ਰਾਜ਼ ਨੂੰ ਖੋਲ੍ਹਿਆ ਤਾਂ ਮੇਰੀ ਭੈਣ ਦਾ ਰੰਗ ਪੀਲਾ ਪੈ ਗਿਆ ਸੀ। ਬਾਕੀ ਸੱਚ ਵੀ ਉਹਨਾਂ ਨੂੰ ਨਹੀਂ ਦੱਸਿਆ ਗਿਆ। ਇਹਨਾਂ ਗਰੀਬ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਫਿਰ ਮਾਲਕਣ ਨੇ ਮੇਰੀ ਭੈਣ ਦੇ ਪੈਰ ਛੂਹ ਲਏ ਸਨ, ਪਰ ਅੱਜ ਮੇਰੀ ਭੈਣ ਉੱਥੋਂ ਵਾਪਸ ਆ ਗਈ ਸੀ ਤੇ ਰਸਤੇ ਵਿੱਚ ਮੈਂ ਸੋਚ ਰਹੀ ਸੀ ਕਿ ਕੀ ਸਾਰੀਆਂ ਕੁਰਬਾਨੀਆਂ ਗਰੀਬਾਂ ਲਈ ਹੀ ਲਿਖੀਆਂ ਜਾਂਦੀਆਂ ਹਨ? ਮੇਰੀ ਭੈਣ ਨੇ ਸਾਰੀ ਉਮਰ ਅਪਮਾਨ ਹੀ ਝੱਲਿਆ ਸੀ ਅਤੇ ਉਹਨਾਂ ਨੇ ਆਪਣੀ ਧੀ ਵੀ ਗਵਾ ਦਿੱਤੀ ਸੀ। ਕੀ ਖੁਸ਼ੀਆਂ ਤੇ ਗਰੀਬਾਂ ਦਾ ਕੋਈ ਹੱਕ ਨਹੀਂ ਹੈ? ਸੋ ਵੀਰੋ ਅਤੇ ਭੈਣੋ, ਇਹ ਅੱਜ ਦੀ ਕਹਾਣੀ ਸੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰੋ।